नहीं पहले इन्होंने क्यों महंगी खरीदी? जे सस्ती हुण खरीद रहे ने तो फिर जिहड़ा पौने 5 साल का जो घपला सी ਉਹਦੇ ਲਈ कौन जिम्मेवार है? किहने महंगी खरीदी? क्यों लोगों के बोझ पाया? ਉਹਦਾ ਹਿਸਾਬ कौन देगा? किहनूं जिम्मेवार ठहराउणगे? अफसरां नूं ठहराउणगे कि मुख मंत्री पिछले नूं ठहराउणगे कि कैबिनेट नूं ठहराउणगे? ਇਹ ਅੱਜ ਸਮੇਂ ਦੀ ਲੋੜ ਹੈ ਤੇ 5 ਸਾਲ ਪਰ ਪੰਜਾਬ ਦੇ ਲੋਕਾਂ ਦੀ ਲੁੱਟ ਹੋਈ ਹੈ। ਇਹ ਤੋਂ ਵੀ ਅੱਜ ਇਹਨਾਂ ਨੇ ਆਪ ਮੰਨ ਲਿਆ, ਇਹ ਰੇਟ ਘਟਾ ਕੇ ਕਾਂਗਰਸ ਨੇ ਆਪਦੀ ਨਲਾਇਕੀ ਮੰਨ ਲਈ ਵੀ ਅਸੀਂ 5 ਸਾਲ ਲੋਕਾਂ ਦੀ ਲੁੱਟ ਕੀਤੀ। ਜਿਹੜੇ ਬੰਦੇ ਨੂੰ ਜੇਲ੍ਹ 'ਚ ਹੋਣਾ ਚਾਹੀਦਾ ਸੀ ਉਹਨੂੰ ਤੁਸੀਂ ਸਨਮਾਨ ਦੇ ਕੇ ਨਵਾਜ ਰਹੇ ਹੋ। ਇਸ ਤੋਂ ਵੱਡੀ ਕੀ ਦੁਖਦਾਈ ਗੱਲ ਹੈ। ਤੇ ਖਾਸ ਤੌਰ ਤੇ ਇਹੋ ਜਿਹੇ ਦੋਸ਼ੀ ਜਿਹੜੇ ਨੇ ਇਹਨਾਂ ਨੂੰ ਤਾਂ ਹੁਣ ਤੱਕ ਫਾਂਸੀ ਹੋ ਜਾਣੀ ਚਾਹੀਦੀ ਸੀ। ਕਾਂਗਰਸ ਨੇ ਇਹਨਾਂ ਨੂੰ ਬਚਾਇਆ। ਹਾਂਜੀ ਪਰਮਿੰਦਰ ਜੀ, ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ। 3 ਰੁਪਏ ਬਿਜਲੀ ਜਿਹੜੀ ਯੂਨਿਟ ਹੈ ਉਹ ਫਲੈਟ ਘਰੇਲੂ ਵਾਸਤੇ, ਜਿਹੜੇ 7 ਕਿਲੋਵਾਟ ਦੇ ਉਹਨਾਂ ਵਾਸਤੇ ਘਟਾ ਦਿੱਤੀ ਗਈ ਹੈ। ਛੂਟ ਦਿੱਤਾ ਗਿਆ ਜੀ 100 ਯੂਨਿਟ ਮਗਰ 1 ਰੁਪਏ ਕਰ ਦਿੱਤੀ ਗਈ ਹੈ। ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਮੈਂ ਤਾਂ ਇਹ ਕਹਾਂਗਾ ਵੀ ਪੌਣੇ 5 ਸਾਲ ਬਾਅਦ ਪੰਜਾਬ ਦੇ ਲੋਕਾਂ ਦੀ ਯਾਦ ਆਈ ਹੈ ਕਾਂਗਰਸ ਸਰਕਾਰ ਨੂੰ। ਪੌਣੇ 5 ਸਾਲ ਇਹਨਾਂ ਦੀ ਸਰਕਾਰ ਹੀ ਸੀ, ਪਹਿਲਾਂ ਵੀ ਕਰ ਸਕਦੇ। ਹੁਣ ਤਾਂ ਵੋਟਾਂ ਆ ਗਈਆਂ, ਵੋਟਾਂ ਕਰਕੇ ਬਹੁਤ ਕੁਝ ਕਰਨਗੇ। ਹੁਣ ਤਾਂ ਸਾਰਾ ਕੁਝ ਵੀ ਫ੍ਰੀ ਕਰ ਸਕਦੇ ਆ ਕਿਉਂਕਿ 2 ਮਹੀਨੇ ਹੀ ਦੇਣਾ। ਗੱਲ ਤਾਂ ਅਸੀਂ ਮੰਨਦੇ ਜੇ ਇਹ 5 ਸਾਲ ਲੋਕਾਂ ਨੂੰ ਸਸਤੀ ਬਿਜਲੀ ਦਿੰਦੇ, ਲੋਕਾਂ ਨੂੰ ਵਧੀਆ ਸਹੂਲਤਾਂ ਦਿੰਦੇ, ਕਰਪਸ਼ਨ ਮੁਕਤ ਰਾਜ ਦਿੰਦੇ, ਨੌਕਰੀਆਂ ਦਿੰਦੇ, ਕਿਸਾਨਾਂ ਦਾ ਕਰਜ਼ਾ ਮਾਫ ਕਰਦੇ, ਫਿਰ ਤਾਂ ਕੋਈ ਗੱਲ ਸਮਝ ਆਉਂਦੀ ਸੀ। ਅੱਜ ਚੰਨੀ ਜੀ ਇਹ ਐਲਾਨ ਕਰਕੇ ਪਿਛਲੇ ਪੌਣੇ 5 ਸਾਲ ਦਾ ਖਹਿੜਾ ਨਹੀਂ ਛਡਾ ਸਕਦੇ। ਉਹਨਾਂ ਨੂੰ ਜਵਾਬ ਦੇਣਾ ਪਏਗਾ ਵੀ ਉਹਨਾਂ ਦੀ ਸਰਕਾਰ ਨੇ ਕਿਉਂ ਨਹੀਂ ਕੀਤਾ। ਇਕੱਲੇ ਕੈਪਟਨ ਅਮਰਿੰਦਰ ਸਿੰਘ ਤੇ ਨਹੀਂ ਸਿੱਟ ਸਕਦੇ ਕਿਉਂਕਿ ਸਰਕਾਰ ਕਾਂਗਰਸ ਪਾਰਟੀ ਦੀ ਸੀਗੀ ਤੇ ਕਾਂਗਰਸ ਪਾਰਟੀ ਦਾ ਇਹਦਾ ਸਾਰੀਆਂ ਪਿਛਲੇ ਪੌਣੇ 5 ਸਾਲਾਂ ਦਾ ਹਿਸਾਬ ਦੇਣਾ ਉਹਨਾਂ ਨੂੰ ਬਣਦਾ ਹੈ। ਇਸ ਤੋਂ ਪਹਿਲਾਂ ਨਵਜੋਤ ਪੋਸੀਬਲ ਹੈ ਕਿ ਇਹ ਇਸ ਹੱਦ ਤੱਕ ਬਿਜਲੀ ਦੀ ਦਰਾਂ ਘਟਾ ਸਕਦੇ ਨੇ ਔਰ ਇਸ ਚੀਜ਼ ਦਾ ਫਾਇਦਾ ਮਿਲੂਗਾ ਪੰਜਾਬ ਦੇ ਲੋਕਾਂ ਨੂੰ? ਦੇਖੋ 2 ਚੀਜ਼ਾਂ ਨੇ, ਹਜੇ ਡਿਟੇਲ 'ਚ ਕਿਸ ਤਰੀਕੇ ਨਾਲ ਘਟਾਈਆਂ। ਕੀ ਇਹਨਾਂ ਨੇ ਇਲੈਕਟ੍ਰਿਕ ਡਿਊਟੀ ਕੱਟ ਕੀਤੀ ਹੈ? ਕੀ ਇਹਨਾਂ ਨੇ ਜਿਹੜਾ ਹੈ ਕਿਹੜੇ ਸੈਕਟਰਸ ਨੂੰ ਪਾਵਰ ਦੇ ਰੇਟ ਘਟਾਏ ਨੇ? ਕੀ ਉਹਦੀ ਸਬਸਿਡੀ ਦੇਣਗੇ? ਪਾਵਰ ਘਟਾ ਸਕਦੀ ਹੈ ਪਰ ਉਹਦੇ ਵਾਸਤੇ ਸਰਕਾਰ ਨੂੰ ਕੰਪਨਸੇਟ ਕਰਨਾ ਪਏਗਾ। ਸਰਕਾਰ ਜੇ ਬਿਜਲੀ ਬੋਰਡ ਦਾ ਜੋ ਕੋਈ ਘਾਟਾ ਹੈ ਉਹ ਸਰਕਾਰ ਨੂੰ ਚੱਲਣਾ ਪਏਗਾ। ਜਿਹੜਾ ਇਲੈਕਟ੍ਰਿਸਿਟੀ ਰੈਗੂਲੇਟਰੀ ਅਥਾਰਟੀ ਦਾ ਜੋ ਡਿਸੀਜਨ ਹੈ ਉਹਦਾ ਜੋ ਡਿਫਰੈਂਸ ਹੈ ਉਹ ਸਰਕਾਰ ਨੇ ਦੇਣਾ। ਅਤੇ ਜੇ ਸਰਕਾਰ ਉਹ ਦੇਗੀ ਫਿਰ ਤਾਂ ਸਰਕਾਰ ਜਿਹੜਾ ਅਸੀਂ ਮੰਨਾਂਗੇ ਵੀ ਉਹ ਲੋਕਾਂ ਨਾਲ ਗੰਭੀਰਤਾ ਨਾਲ ਇਹ ਵਾਅਦਾ ਕੀਤਾ। ਜੇ ਸਰਕਾਰ ਨੇ ਉਹ ਡਿਫਰੈਂਸ ਨਹੀਂ ਦਿੱਤਾ ਜਿਹੜਾ ਬਣਦਾ ਹੈਗਾ ਤਾਂ ਫਿਰ ਤਾਂ ਇਹੀ ਹੈ ਵੀ ਅਸੀਂ ਕਹਾਂਗੇ ਫਰਾਡ ਕਰ ਰਹੇ ਹਾਂ। ਬਿਜਲੀ ਜਿਹੜੀ ਸਸਤੀ ਖਰੀਦਾਂਗੇ, ਜਿਹੜੀ ਸਾਨੂੰ ਮਹਿੰਗੀ ਪੈ ਰਹੀ ਹੈ 2 ਰੁਪਏ ਕੁਛ ਪੈਸੇ ਦੀ ਜਿਹੜੀ ਆ ਨਹੀਂ ਪਹਿਲਾਂ ਇਹਨਾਂ ਨੇ ਕਿਉਂ ਮਹਿੰਗੀ ਖਰੀਦੀ? ਜੇ ਸਸਤੀ ਹੁਣ ਖਰੀਦ ਰਹੇ ਨੇ ਤਾਂ ਫਿਰ ਜਿਹੜਾ ਪੌਣੇ 5 ਸਾਲ ਦਾ ਜੋ ਘਪਲਾ ਸੀ ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਕਿਹਨੇ ਮਹਿੰਗੀ ਖਰੀਦੀ? ਕਿਉਂ ਲੋਕਾਂ ਦੇ ਬੋਝ ਪਾਇਆ? ਉਹਦਾ ਹਿਸਾਬ ਕੌਣ ਦੇਗਾ? ਕਿਹਨੂੰ ਜ਼ਿੰਮੇਵਾਰ ਠਹਿਰਾਉਣਗੇ? ਅਫਸਰਾਂ ਨੂੰ ਠਹਿਰਾਉਣਗੇ ਕਿ ਮੁੱਖ ਮੰਤਰੀ ਪਿਛਲੇ ਨੂੰ ਠਹਿਰਾਉਣਗੇ ਕਿ ਕੈਬਨਿਟ ਨੂੰ ਠਹਿਰਾਉਣਗੇ? ਚੰਨੀ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਹਮਲਾ ਕੀਤਾ। ਉਹ ਕਹਿੰਦੇ ਕਿ ਲੋਲੀਪੌਪ ਨਾ ਦੇਵੇ ਜਨਤਾ ਨੂੰ, ਚੰਨੀ ਸਰਕਾਰ ਵਾਅਦੇ ਆਪਣੇ ਜਿਹੜੇ ਨੇ ਉਹ ਪੂਰੇ ਕਰਨ। ਸਹੀ ਕਿਹਾ। ਦੇਖੋ ਇਹ ਤਾਂ ਬਿਲਕੁਲ ਇਹ ਤਾਂ ਲੋਲੀਪੌਪ ਹੀ ਹੈ। ਮੈਂ ਤਾਂ ਇਹ ਮੰਨਦਾ ਕਿ ਅੱਜ ਐਲਾਨ ਕੀਤਾ ਹੈ, ਨੋਟੀਫਿਕੇਸ਼ਨ ਹੁੰਦੇ ਮਹੀਨਾ ਹੋਰ ਲੱਗ ਜਾਏਗਾ ਤੇ ਮਹੀਨੇ ਨੂੰ ਕੋਰਟ ਲੱਗ ਜਾਣਾ। ਫਿਰ ਤਾਂ 1 ਮਹੀਨੇ ਦਾ ਹੀ ਹੋਇਆ ਨਾ ਐਲਾਨ। ਸਰ ਕਹਿੰਦੇ ਅੱਜ ਤੋਂ ਹੀ ਲਾਗੂ ਹੈ। ਯਾਰ ਗੱਲ ਸੁਣੋ, ਨੋਟੀਫਿਕੇਸ਼ਨ ਤਾਂ ਨਹੀਂ ਅੱਜ ਹੋ ਜਾਣੀ। ਨੋਟੀਫਿਕੇਸ਼ਨ ਹੋਏਗੀ, ਪਿਛਲੀ ਬੈਕ ਡੇਟ 'ਚੋਂ ਲਾਗੂ ਕਰਨਗੇ। ਜਾਂ ਤਾਂ ਇਹ ਕਹਿ ਦੇਣ ਵੀ ਅਸੀਂ ਅੱਜ ਜਿਹੜਾ ਹੈ ਅਗਲੇ ਬਿੱਲ ਅਸੀਂ ਦਿੰਦੇ ਹੀ ਨਹੀਂ। ਢੀਂਡਸਾ ਸਾਹਿਬ, ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਉਹਨਾਂ ਦੀ ਆਪਣੀ ਸਰਕਾਰ, ਉਹ ਪ੍ਰਧਾਨ ਨੇ, ਉਹ ਆਪਣੀ ਸਰਕਾਰ ਦੇ ਉੱਤੇ ਹਮਲੇ ਕਰ ਰਹੇ ਨੇ ਇਸ ਤਰ੍ਹਾਂ ਦੇ। ਦੇਖੋ ਨਵਜੋਤ ਸਿੰਘ ਸਿੱਧੂ ਦੀ ਮੈਂ ਤੁਹਾਨੂੰ ਕਿਹਾ ਇਸ ਗੱਲ ਨਾਲ ਤਾਂ ਮੈਂ ਸਹਿਮਤ ਹਾਂ ਵੀ ਲੋਲੀਪੌਪ ਨਾ ਦਿਓ ਲੋਕਾਂ ਨੂੰ। ਲੋਕ ਵਧੀਆ ਸਰਵਿਸਿਜ਼, ਸਸਤੀਆਂ ਸਰਵਿਸਿਜ਼ ਭਾਲਦੇ, ਮੁਫਤ ਨਹੀਂ ਲੋਕ ਭਾਲਦੇ। ਜਿਹੜੀ ਇਹ ਚੀਜ਼ ਚੱਲ ਪਈ ਫ੍ਰੀ ਦੇਣ ਦੀ, ਹਾਂ ਪੰਜਾਬ ਦੇ ਜਿਹੜੇ 20% ਲੋਕ ਨੇ ਜਿਹੜੇ ਅਤੀ ਗਰੀਬ ਨੇ ਉਹਨਾਂ ਨੂੰ ਤੁਸੀਂ ਕੁਛ ਹੱਦ ਤੱਕ ਮੁਫਤ ਦਿਓ ਪਰ ਬਾਕੀ ਸਾਰਿਆਂ ਨੂੰ ਵਧੀਆ ਸਰਵਿਸਿਜ਼ ਐਟ ਨੋਮੀਨਲ ਰੇਟਸ, ਮਤਲਬ ਘੱਟ ਰੇਟਸ 'ਤੇ ਉਹ ਪ੍ਰਦਾਨ ਕਰਿਆ ਜਾਣਾ ਚਾਹੀਦਾ। ਅਤੇ ਇਹ ਅੱਜ ਸਮੇਂ ਦੀ ਲੋੜ ਹੈ। ਅਤੇ 5 ਸਾਲ ਪਰ ਪੰਜਾਬ ਦੇ ਲੋਕਾਂ ਦੀ ਲੁੱਟ ਹੋਈ ਹੈ।
ਇਹ ਤੋਂ ਵੀ ਅੱਜ ਇਹਨਾਂ ਨੇ ਆਪ ਮੰਨ ਲਿਆ, ਇਹ ਰੇਟ ਘਟਾ ਕੇ ਕਾਂਗਰਸ ਨੇ ਆਪਦੀ ਨਲਾਇਕੀ ਮੰਨ ਲਈ ਵੀ ਅਸੀਂ 5 ਸਾਲ ਲੋਕਾਂ ਦੀ ਲੁੱਟ ਕੀਤੀ ਹੈ। ਸਰ ਬਿਜਲੀ ਦਾ ਕਰਾਰ ਹੋਇਆ ਹੈ ਉਹ ਤੁਹਾਡੀ ਅਕਾਲੀ ਸਰਕਾਰ ਦੇ ਟਾਈਮ 'ਚ ਹੋਇਆ, ਤੁਸੀਂ ਕੀ ਸੋਚਦੇ ਹੋ ਕਿੰਨਾ ਕੁ ਫਾਇਦੇਮੰਦ ਸੀ ਪੰਜਾਬ ਦੀ ਜਨਤਾ? ਦੇਖੋ ਇਕਰਾਰ ਨਾ ਤਾਂ ਮੈਂ ਇਕਰਾਰ ਦੇ ਵਿੱਚ ਹਿੱਸੇਦਾਰ ਸੀ, ਨਾ ਹੀ ਮੈਂ ਇਕਰਾਰ ਦਾ ਮੇਰੇ ਕੋਲ ਮਹਿਕਮਾ ਸੀ, ਨਾ ਹੀ ਮੈਂ ਉਹਦਾ ਫਾਈਨੈਂਸ ਮਿਨਿਸਟਰ ਜਦ ਇਕਰਾਰ ਹੋਏ। ਮੈਜੋਰਟੀ ਇਕਰਾਰ ਜਿਹੜੇ ਨੇ ਉਹ ਵੱਡੇ ਥਰਮਲ ਪਲਾਂਟਸ ਦੇ, ਉਹਨਾਂ ਨੂੰ ਤੁਸੀਂ ਰੱਦ ਕਰੋ। ਤੁਸੀਂ ਦੇਖੋ ਕਿਸੇ ਨੂੰ ਵੀ ਹਰ ਆਪਦੇ ਇਹਨਾਂ 5 ਸਾਲ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਜੇ ਕੋਈ ਗਲਤ ਹੋਇਆ ਸੀ ਪਿਛਲੇ 5 ਸਾਲਾਂ 'ਚ ਤਾਂ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਸੀ, ਜਾਂ ਜਿਹੜੇ ਲੋਕਾਂ ਨੇ ਗਲਤ ਇਕਰਾਰ ਕੀਤੇ ਉਹਨਾਂ ਨੂੰ ਦੋਸ਼ੀ ਠਹਿਰਾਉਣਾ ਚਾਹੀਦਾ ਸੀ, ਉਹਨਾਂ ਦੇ ਖਿਲਾਫ ਐਕਸ਼ਨ ਲੈਂਦੇ, ਉਹਨਾਂ ਨੂੰ ਲੋਕਾਂ ਦੇ ਵਿੱਚ ਨੰਗੇ ਕਰਦੇ। ਪਰ ਅੱਜ ਇਹ ਕਹਿਣਾ ਵੀ ਇਕਰਾਰ ਹੋਏ ਸੀ, ਇਹ ਤਾਂ ਇਹਨਾਂ ਨੂੰ 4 ਸਾਲ ਪਹਿਲਾਂ ਵੀ ਪਤਾ ਸੀ ਵੀ ਇਕਰਾਰ ਹੋਏ ਨੇ। ਤਾਂ ਇਹਦਾ ਹੁਣ ਜਿਵੇਂ ਕਹਿੰਦੇ ਨੇ ਆਨੇ ਬਹਾਨੇ ਆਪਦਾ ਖਹਿੜਾ ਛਡਾਉਣਾ ਚਾਹੁੰਦੇ, ਉਹ ਨਹੀਂ ਛੁੱਟਣਾ ਇਹਨਾਂ ਦਾ। ਬਿਜਲੀ ਦੇ ਨਾਮ ਤੇ ਲੋਕਾਂ ਨੂੰ ਸਰ ਪੰਜਾਬ 2,70,000 ਕਰੋੜ ਦੇ ਕਰਜ਼ਾਈ ਹੈ, ਲੱਗਦਾ ਵਾ ਕਿ ਜਿਹੜੀ ਆ ਰਾਇਤਾ ਦੇ ਦਿੱਤੀ ਜਾ ਰਹੀਆਂ ਜਾਂ ਹੋਰ ਛੂਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਇਹਨਾਂ ਪੰਜਾਬ ਹੋਰ ਕਰਜ਼ਾਈ ਹੋ ਜਾਊਗਾ? ਦੇਖੋ ਮੈਂ ਖੁਦ ਕਿਸੇ ਤਰ੍ਹਾਂ ਦੀਆਂ ਵੀ ਗੈਰ ਜ਼ਰੂਰੀ ਜਿਹੜੀ ਰਿਆਇਤਾਂ ਨੇ ਉਹਨਾਂ ਦੇ ਹੱਕ ਵਿੱਚ ਨਹੀਂ। ਸਾਡੀ ਪਾਰਟੀ ਦਾ ਵੀ ਬੜਾ ਸਪਸ਼ਟ ਸਟੈਂਡ ਹੈ ਕਿ ਲੋਕਾਂ ਨੂੰ ਚੰਗੀਆਂ ਸਰਵਿਸਿਜ਼ ਦਿਓ, ਲੋਕਾਂ ਨੂੰ ਤੁਸੀਂ ਇਹ ਇਨਸ਼ੋਰ ਕਰੋ ਵੀ ਇੱਕ ਡਿਗਨਿਟੀ ਦੀ ਲਾਈਫ ਜਿਉ ਸਕਣ। ਜਿਹੜਾ ਕੋਈ ਮਿਹਨਤਕਸ਼ ਵਿਅਕਤੀ ਹੈ ਉਹਦੀ ਮਿਹਨਤ ਦਾ ਮੁੱਲ ਉਹਨੂੰ ਮਿਲਣਾ ਚਾਹੀਦਾ, ਤਾਂ ਕਿ ਉਹ ਆਪਦੀ ਮਿਹਨਤ ਦੇ ਪੈਸੇ ਕਮਾ ਕੇ ਆਪਦੀ ਵਧੀਆ ਜ਼ਿੰਦਗੀ ਬਤੀਤ ਕਰ ਸਕੇ। ਅੱਜ ਦੇਖੋ ਜੇ ਦੇਣਗੇ ਤਾਂ ਕਰਜ਼ਾ ਵਧੂਗਾ, ਜੇ ਉਹਨਾਂ ਨੂੰ ਦੇਣਾ ਹੀ ਨਹੀਂ, ਮਹੀਨੇ ਨਾਲ ਕੀ ਕਰਜ਼ਾ ਵਧਣਾ? ਇਹ ਤਾਂ ਮਹੀਨੇ ਦਾ ਐਲਾਨ ਹੀ ਸਮਝੋ ਨਾ ਤੁਸੀਂ। ਜਦ ਤੱਕ ਸਰਕਾਰ ਦਾ ਕਾਰਜਕਾਲ ਮਹੀਨੇ ਦਾ ਰਹਿ ਗਿਆ ਤੇ ਮਹੀਨੇ ਦਾ ਐਲਾਨ ਹੈਗਾ, ਤੇ ਉਸ ਤੋਂ ਬਾਅਦ ਕਿਹੜੀ ਸਰਕਾਰ ਬਣਨੀ ਹੈ, ਕੀ ਕਿਸ ਨੇ ਕੀ ਫੈਸਲਾ ਕਰਨਾ, ਉਹ ਤਾਂ ਅੱਜ ਉਹਦੇ ਬਾਰੇ ਕੁਝ ਦੱਸਿਆ ਨਹੀਂ। ਵੱਖਰੀ ਪਾਰਟੀ ਬਣਾ ਰਹੇ ਨੇ ਕਿ ਬੀਜੇਪੀ ਸਾਥ ਦੇਵਾਂਗਾ, ਜੇ ਬਾਕੀਆਂ ਨੂੰ ਲੈ ਕੇ ਆਉਂਗਾ ਨਾਲ ਕਹਿੰਦੇ। ਦੇਖੋ ਮੈਂ ਸਮਝਦਾ ਕੈਪਟਨ ਸਾਹਿਬ ਦੀਆਂ ਕਾਰਗੁਜ਼ਾਰੀ ਤੋਂ ਲੋਕਾਂ ਦੇ ਵਿੱਚ ਬੜੀ ਨਿਰਾਸ਼ਤਾ ਹੈ, ਤੇ ਕੈਪਟਨ ਸਾਹਿਬ ਨੂੰ ਜਿਹੜਾ ਹੈ ਉਹ ਹੁਣ ਸਿਆਸਤ ਤੋਂ ਮੇਰਾ ਮੰਨਣਾ ਹੈ ਵੀ ਕਿਨਾਰਾ ਕਰ ਲੈਣਾ ਚਾਹੀਦਾ। ਜੇ ਅਗਰ ਕੈਪਟਨ ਸਾਹਿਬ ਆਪਣੀ ਪਾਰਟੀ ਨੂੰ ਤੁਹਾਡੀ ਪਾਰਟੀ ਦੇ ਨਾਲ ਜੋੜਨਾ ਚਾਹਣ, ਆਉਣ ਵਾਲੇ ਟਾਈਮ 'ਚ ਜੁੜੋ। ਇਸ ਬਾਰੇ ਢੀਂਡਸਾ ਸਾਹਿਬ ਨੇ ਬੜਾ ਸਪਸ਼ਟ ਰੂਪ 'ਚ ਕਹਿਤਾ ਵੀ ਅਸੀਂ ਤਾਂ ਪਿਛਲੇ 5 ਸਾਲਾਂ ਤੋਂ ਉਹਨਾਂ ਦਾ ਵਿਰੋਧ ਕਰ ਰਹੇ ਹਾਂ, ਠੀਕ ਹੈ, ਤੇ ਅਸੀਂ ਸਮਝਦੇ ਹਾਂ ਕਾਂਗਰਸ ਪਾਰਟੀ ਤੇ ਪਿਛਲੇ 5 ਸਾਲ ਨਹੀਂ ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀ ਜਿਹੜੀ ਹੈ ਇਹ ਤਕਲੀਫਾਂ ਲਈ ਜ਼ਿੰਮੇਵਾਰ ਨੇ। ਤੇ ਸਰ ਜੋ ਅੱਜ ਇਵੈਂਟ ਹੋਇਆ ਇਹਦਾ ਕੀ ਡਿਸਕਸ਼ਨ ਹੋਈਆਂ, ਕੀ ਕੰਕਲੂਜਨ? ਦੇਖੋ ਇਹ ਜੋ ਕਿਸਾਨੀ ਦੇ ਦਰਪੇਸ਼ ਸਮੱਸਿਆਵਾਂ, ਜੋ ਇਹ ਕਾਨੂੰਨ ਲਿਆਂਦੇ ਗਏ, ਜੋ ਇਹ ਸਪਸ਼ਟ ਤੌਰ ਤੇ ਕੇਂਦਰ ਸਰਕਾਰ ਮੰਨਦੀ ਹੈ ਵੀ ਅਸੀਂ ਪ੍ਰਾਈਵੇਟ ਸੈਕਟਰ ਦੀ ਪਾਰਟਿਸਿਪੇਸ਼ਨ ਵਧਾਉਣਾ ਚਾਹੁੰਦੇ ਹਾਂ। ਇਹਨਾਂ ਕਾਨੂੰਨਾਂ ਦੇ ਰਾਹੀਂ ਇਹ ਖੇਤੀਬਾੜੀ ਦੀ ਪ੍ਰੋਕਿਉਰਮੈਂਟ, ਫੂਡ ਦੀ ਤੇ ਉਹਨਾਂ ਦੀ ਅੱਗੇ ਪ੍ਰੋਸੈਸਿੰਗ ਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਲਿਆਉਣ ਦਾ ਚਾਹੁੰਦੇ, ਚਾਹੇ ਮੰਡੀਕਰਨ ਦੇ ਵਿੱਚ। ਤੇ ਮੈਂ ਇਹ ਸਭ ਤੋਂ ਵੱਡਾ ਸਵਾਲ ਇਹ ਪੁੱਛਦਾ ਹੈ ਵੀ ਕਿਸਾਨੀ ਦੀਆਂ ਸਮੱਸਿਆਵਾਂ ਨਹੀਂ ਹਨ। ਕਿਸਾਨੀ ਦੀ ਸਭ ਤੋਂ ਵੱਡੀ ਕੀ ਸਮੱਸਿਆ ਹੈ? ਕ੍ਰੈਡਿਟ। ਜਿਹੜਾ ਉਹਨਾਂ ਨੂੰ ਕਰਜ਼ਾ ਕਿਸਾਨ ਲੈਂਦਾ ਹੈ ਜਾਂ ਉਹਨਾਂ ਨੂੰ ਪੈਸਾ ਮਿਲਦਾ ਹੈ, ਉਹ ਚੀਪ ਤੇ ਈਜ਼ੀਲੀ ਅਵੇਲੇਬਲ ਹੋਣਾ ਚਾਹੀਦਾ, ਸਸਤਾ, 5% ਤੋਂ ਘੱਟ ਵਿਆਜ ਹੋਣਾ ਚਾਹੀਦਾ। ਸਰਕਾਰ ਦਾ ਨਿਸ਼ਾਨਾ ਇਹ ਹੋਣਾ ਚਾਹੀਦਾ ਸੀ ਅਸੀਂ ਇਨਸ਼ੋਰ ਕਰੀਏ ਵੀ ਕਿਸਾਨ ਨੂੰ ਕਿਤੋਂ ਵੀ ਪੈਸਾ ਮਿਲਦਾ ਉਹ 5% ਤੋਂ ਘੱਟ ਵਿਆਜ 'ਤੇ ਮਿਲੇ। ਜੇ ਉਹਨਾਂ ਨੂੰ ਪ੍ਰਾਈਸ ਹੈ ਜਿਹੜੀ ਮੁੱਲ ਹੈ ਉਹ ਆਪਟੀਮਮ ਮਿਲੇ, ਮਿਨੀਮਮ ਘੱਟੋ ਘੱਟ ਸਮਰਥਨ ਮੁੱਲ ਨਹੀਂ, ਆਪਟੀਮਮ ਸਪੋਰਟ ਪ੍ਰਾਈਸ ਜਿਹੜਾ ਉਹਨਾਂ ਦਾ ਸਹੀ ਜਿਹੜਾ ਸਮਰਥਨ ਮਿਲਣਾ ਚਾਹੀਦਾ। ਤੀਜਾ ਡਿਵਰਸੀਫਿਕੇਸ਼ਨ ਹੈ ਵੀ ਕਿਸ ਤਰੀਕੇ ਨਾਲ, ਜੇ ਅਸੀਂ ਕਹਿ ਰਹੇ ਹਾਂ ਵੀ ਅੱਜ ਸਾਡਾ ਪੰਜਾਬ ਦੇ ਵਿੱਚ ਪਾਣੀ ਦਾ ਸਤਰ ਨੀਚਾ ਜਾ ਰਿਹਾ, ਸਾਨੂੰ ਡਿਵਰਸੀਫਿਕੇਸ਼ਨ ਝੋਨੇ ਤੋਂ ਦੂਰ ਹਟਣ ਦੀ ਲੋੜ ਹੈ। ਉਹਦੇ ਵਾਸਤੇ ਕੰਪਰੀਹੈਂਸਿਵ ਪਲਾਨ ਚਾਹੀਦਾ ਹੈਗਾ। ਕੇਂਦਰ ਸਰਕਾਰ, ਸੂਬਾ ਸਰਕਾਰ ਰਲ ਕੇ ਇੱਕ ਪਲਾਨ ਬਣਾਉਣ ਜਿਹਦੇ ਵਿੱਚ ਡਿਵਰਸੀਫਿਕੇਸ਼ਨ ਨੂੰ ਇਨਸੈਂਟੀਵਾਈਜ਼ ਕੀਤਾ ਜਾਵੇ, ਕਿਸਾਨਾਂ ਨੂੰ ਆਰਥਿਕ ਮਦਦ ਦੇ ਕੇ ਹੋਵੇ। ਫਿਰ ਜਿਹੜਾ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੁੰਦਾ ਹੈਗਾ ਉਹਦੀ ਭਰਪਾਈ ਲਈ ਚਾਹੇ ਇੰਸ਼ੋਰੈਂਸ ਸਕੀਮ ਕੋਈ ਲੈ ਕੇ ਆਉਣੀ ਹੈ, ਚਾਹੇ ਉਹਦੀ ਕੰਪਨਸੇਸ਼ਨ ਕਿੰਨੀ ਘੱਟੋ ਘੱਟ ਉਹਦਾ ਜਿਹੜਾ ਖਰਚਾ ਹੈ ਉਹ ਪੂਰਾ ਹੋਵੇ, ਉਹਦਾ ਜੋ ਨੁਕਸਾਨ ਹੈ, ਕਿਉਂਕਿ ਇੱਕ ਫਸਲ ਮਰ ਜਾਂਦੀ ਹੈ ਕਿਸਾਨ 2 ਸਾਲ ਪਿੱਛੇ ਚਲੇ ਜਾਂਦਾ। ਉਹ ਇਹ ਜਿਹੜੇ ਵੱਡੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਐਡਰੈਸ ਨਹੀਂ ਕੀਤਾ। ਤੁਸੀਂ ਪ੍ਰਾਈਵੇਟ ਸੈਕਟਰ ਨੂੰ ਲਿਆ ਕੇ ਵਿੱਚ ਵਾੜਤਾ। ਪ੍ਰਾਈਵੇਟ ਸੈਕਟਰ ਨੇ ਤਾਂ ਆਪਦਾ ਮੁਨਾਫਾ ਦੇਖਣਾ। ਪ੍ਰਾਈਵੇਟ ਸੈਕਟਰ ਨੂੰ ਨਾ ਕਿਸਾਨ ਨਾਲ ਕੋਈ ਲੈਣਾ ਦੇਣਾ, ਨਾ ਉਹਨਾਂ ਨੂੰ ਦੇਸ਼ ਨਾਲ ਕੋਈ ਲੈਣਾ ਦੇਣਾ। ਉਹਨਾਂ ਨੂੰ ਸਿਰਫ ਮਕਸਦ ਹੈ ਵੀ ਅਸੀਂ ਆਪਦਾ ਮੁਨਾਫਾ ਕਿੱਥੋਂ ਕਮਾਉਣਾ। ਤੇ ਫਿਰ ਜੇ ਤੁਸੀਂ ਲਿਆਓਗੇ ਤਾਂ ਕਿਸਾਨ ਨੂੰ
ਜਿਹਨੂੰ ਸਰਕਾਰ ਖੁਦ ਮੰਨਦੀ ਹੈ ਵੀ ਅਸੀਂ ਵੀ ਕਿਸਾਨ ਨੂੰ ਜਿਹੜਾ ਨਹੀਂ ਬਚਾ ਸਕੇ, ਤਾਂ ਜੇ ਅਸੀਂ ਤੁਸੀਂ ਪ੍ਰਾਈਵੇਟ ਸੈਕਟਰ ਦੇ ਰਹਿਮੋ ਕਦਮ ਤੇ ਛੱਡ ਦੋਗੇ ਤਾਂ ਕਿਸਾਨ ਦੀ ਬਰਬਾਦੀ ਦਾ ਹੋਰ ਵੱਡਾ ਕਾਰਨ ਬਣੇਗਾ। ਸੋ ਇਹ ਚੀਜ਼ਾਂ ਨੂੰ ਸਰਕਾਰ ਐਡਰੈਸ ਕਰਨ ਦੀ ਬਜਾਏ ਉਹ ਵੱਡੇ ਘਰਾਣਿਆਂ ਦੇ ਇਸ਼ਾਰੇ ਦੇ ਉੱਤੇ ਇਹ ਸਾਰੇ ਬਿੱਲ ਲੈ ਕੇ ਆਈ ਹੈ। ਤੇ ਹੋਰਡਿੰਗ ਹੈ ਅੱਜ, ਜੇ ਤੁਸੀਂ ਉਹਨਾਂ ਨੂੰ ਖੁੱਲ੍ਹ ਦਿੱਤੀ ਵੀ ਜਿੰਨਾ ਮਰਜ਼ੀ ਤੁਸੀਂ ਸਮਾਨ ਰੱਖੋ ਤੇ ਅੱਗੇ ਮੁਨਾਫੇ ਤੇ ਵੇਚੋ। ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ ਇਹੀ ਕਹਿੰਦਾ ਨਾ ਵੀ ਉਹ ਆਪਦੇ ਮੁਨਾਫੇ ਤੇ ਵੇਚ ਸਕਦੇ ਨੇ, ਤੇ ਉਹਨਾਂ ਦੀ ਕੁਆਂਟੀਟੀ ਕਿੰਨੀ ਖਰੀਦ ਸਕਦੇ ਉਹ ਤੇ ਵੀ ਰੋਕ ਹਟਾਤੀ। ਤੇ ਜਿਹੜੀ ਫਿਰ ਸਪਲਾਈ ਜਿਹੜੀ ਇਹ ਮਾਰਕੀਟ ਫੋਰਸਿਸ ਨੇ ਉਹ ਤਾਂ ਜਿਹੜਾ ਹੈ ਡਿਮਾਂਡ ਐਂਡ ਸਪਲਾਈ ਬੇਸਡ ਨੇ, ਤੇ ਜਦ ਡਿਮਾਂਡ ਐਂਡ ਸਪਲਾਈ ਕੰਟਰੋਲ ਪ੍ਰਾਈਵੇਟ ਸੈਕਟਰ ਦੇ ਵਿੱਚ ਆ ਗਿਆ, ਜਦ ਮਰਜ਼ੀ ਉਹ ਸ਼ਾਰਟੇਜ ਕ੍ਰੀਏਟ ਕਰ ਦੇਣ, ਜਦ ਮਰਜ਼ੀ ਉਹ ਜਿਹੜਾ ਹੈ ਮਾਰਕੀਟ ਦੇ ਵਿੱਚ ਗਲੱਟ ਲਿਆਉਣ, ਤੇ ਆਪਦੇ ਮਰਜ਼ੀ ਦੇ ਨਾਲ ਜਦ ਤਾਂ ਜ਼ਿਮੀਂਦਾਰ ਨੇ ਵੇਚਣੀ ਉਦੋਂ ਗਲੱਟ ਹੋਊਗਾ, ਜਦ ਅੱਗੇ ਬੰਦੇ ਨੇ ਉਹਨਾਂ ਨੇ ਅੱਗੇ ਵੇਚਣੀ ਉਦੋਂ ਸਕੈਰਸਿਟੀ ਆ ਜੂ, ਸ਼ਾਰਟੇਜ ਆਊਗੀ, ਤੇ ਆਪਦੀ ਮਰਜ਼ੀ ਨਾਲ ਰੇਟ ਕੰਟਰੋਲ ਕਰਨਗੇ। ਸੋ ਤੁਸੀਂ ਲੋਕਾਂ ਨੂੰ ਪ੍ਰਾਈਵੇਟ ਸੈਕਟਰ ਦੇ ਰਹਿਮ ਕਰਮ ਤੇ ਸਿੱਟ ਰਹੇ ਹੋ, ਇਸ ਤੋਂ ਮਾੜਾ ਫੈਸਲਾ ਕੀ ਹੋ ਸਕਦਾ? ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦੇ ਤੇ ਕੇਂਦਰ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। ਢਿੰਡ ਸਾਹਿਬ, ਅੱਜ ਵੀ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ, ਪਿੰਡਾਂ ਦੇ ਵਿੱਚ ਲੀਡਰ ਜਾਂਦੇ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ, ਕਿਸ ਤਰ੍ਹਾਂ ਦੇਖਦੇ ਹੋ 2022 ਦੇ ਚੁਣਾਵ ਨੇੜੇ ਨੇ, ਲੀਡਰਾਂ ਤੇ ਜਿਸ ਤਰ੍ਹਾਂ ਸ਼ਕਤੀ ਹਮਲੇ ਲੀਡਰ ਆਪਣਾ ਪ੍ਰਚਾਰ ਕਰਨਗੇ, ਕਿਸ ਤੇ ਕਹਿਣ ਲੋਕਾਂ ਵਿੱਚ ਆਪਣੀ ਪੈਰ ਦੇਖੋ, ਮੈਂ ਇਹ ਮੰਨਦਾ ਅਸੀਂ ਸਾਰੇ ਇਸ ਵਾਸਤੇ ਜ਼ਿੰਮੇਵਾਰ ਹਾਂ ਵੀ ਲੋਕਾਂ ਦਾ ਵਿਸ਼ਵਾਸ ਪੋਲੀਟੀਕਲ ਲੀਡਰਸ਼ਿਪ ਤੋਂ ਖਤਮ ਹੁੰਦਾ ਜਾ ਰਿਹਾ। ਕੋਈ ਸਮਾਂ ਸੀ ਜਦ ਪੋਲੀਟੀਕਲ ਲੀਡਰਸ਼ਿਪ ਦਾ ਬੜਾ ਸਤਿਕਾਰ ਹੁੰਦਾ ਸੀ, ਪਰ ਅੱਜ ਮੈਂ ਸਮਝਦਾ ਪੋਲੀਟੀਕਲ ਕਿਸੇ ਵੀ ਆਗੂ ਨੂੰ ਜਿਹੜਾ ਹੈ ਮਾੜੀ ਨਿਗਾਹ ਨਾਲ ਦੇਖਿਆ ਜਾਂਦਾ ਹੈ, ਉੱਤੇ ਸ਼ੱਕ ਕੀਤਾ ਜਾਂਦਾ ਹੈ। ਇਹਦੇ ਵਾਸਤੇ ਜਿਹੜਾ ਹੈ ਅਸੀਂ ਸਾਰੇ ਖੁਦ ਹੀ ਜ਼ਿੰਮੇਵਾਰ ਹਾਂ। ਤੇ ਜਦ ਮੈਜੋਰਟੀ ਜਿਹੜੇ ਲੋਕ ਨੇ ਉਹ ਨਿਜਵਾਦ ਅਤੇ ਆਪਦੇ ਹਿੱਤਾਂ ਨੂੰ ਸਾਹਮਣੇ ਰੱਖਣਾ, ਸੂਬੇ ਦੇ ਹਿੱਤਾਂ ਨੂੰ ਤਿਆਗ ਦੇਣਾ, ਤਾਂ ਉਹਦੇ ਕਰਕੇ ਹੌਲੀ ਹੌਲੀ ਸਾਰਿਆਂ ਨੂੰ ਇੱਕੋ ਹੀ ਰੰਗ ਦੇ ਵਿੱਚ ਲੋਕਾਂ ਨੇ ਦੇਖਿਆ ਵੀ ਸਾਰੇ ਸ਼ਾਇਦ ਇੱਕੋ ਜਿਹੇ ਨੇ। ਇਹਦੇ ਕਰਕੇ ਅੱਜ ਸਾਡੀ ਕ੍ਰੈਡੀਬਿਲਿਟੀ ਤੇ ਬਹੁਤ ਵੱਡਾ ਸਵਾਲ ਹੈ, ਤੇ ਇਹ ਮੈਂ ਸਮਝਦਾ ਸਾਡੀ ਸਾਰਿਆਂ ਤੇ ਪੋਲੀਟੀਕਲ ਲੀਡਰਸ਼ਿਪ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਵੀ ਕ੍ਰੈਡੀਬਿਲਿਟੀ ਪੋਲੀਟੀਕਲ ਲੀਡਰਸ਼ਿਪ ਦੀ, ਉਹਨਾਂ ਦੀ ਜ਼ੁਬਾਨ ਦੀ, ਉਹਨਾਂ ਦੇ ਕਹੇ ਦੀ ਰਿਸਟੋਰ ਕਰਨੀ ਚਾਹੀਦੀ ਹੈ। ਤੇ ਅਸੀਂ ਆ ਜਿਹੜੇ ਆ ਮੈਨੀਫੈਸਟੋ ਬਣਾ ਰਹੇ ਹਾਂ ਸਾਰੀਆਂ ਪਾਰਟੀਆਂ, ਜਿਹੇ ਜਿਹੇ ਮੈਨੀਫੈਸਟੋ ਮੈਂ ਦੇਖ ਰਿਹਾ ਜਿਹੇ ਜਿਹੇ ਐਲਾਨ ਕਰ ਰਹੇ ਨੇ, ਮੈਂ ਸਮਝਦਾ ਆਪਦੀ ਕ੍ਰੈਡੀਬਿਲਿਟੀ ਨੂੰ ਹੋਰ ਖਤਮ ਕਰਨ ਵੱਲ ਜਾ ਰਹੇ ਹਾਂ। ਪਹਿਲਾਂ ਤਾਂ ਇੱਕ ਪਾਰਟੀ ਸੀ ਜਿਹਦੇ ਤੇ ਲੋਕ ਕਹਿੰਦੇ ਸੀ ਵੀ ਕਾਂਗਰਸ ਨੇ ਝੂਠ ਬੋਲਿਆ, ਹੁਣ ਸਾਰੀਆਂ ਉਸ ਰਸਤੇ ਤੇ ਤੁਰੀਆਂ, ਇਸ ਤੋਂ ਬਚਣ ਦੀ ਲੋੜ ਹੈ। ਕੱਚੇ ਲਾਸਟ ਵਾਲਾ ਜੀ ਜਗਦੀਸ਼ ਟੈਟਲਰ ਦੁਆਰਾ ਸਥਾਈ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ, ਸਥਾਈ ਕਮੇਟੀ ਲਿੱਤਾ ਗਿਆ ਵਾ, ਜਗਦੀਸ਼ ਟੈਟਲਰ ਨੂੰ ਜਿਹੜਾ ਸਥਾਈ ਕਮੇਟੀ ਲਿੱਤਾ ਗਿਆ ਉਸ ਦਾ ਵਿਰੋਧ ਕੀਤਾ ਜਾ ਰਿਹਾ, ਸਿੱਖਾਂ ਦੇ ਵਿੱਚ ਵੱਡਾ ਵਿਰੋਧ ਹੈ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਬੰਦੇ ਨੂੰ ਜੇਲ੍ਹ 'ਚ ਹੋਣਾ ਚਾਹੀਦਾ ਸੀ ਉਹਨੂੰ ਤੁਸੀਂ ਸਨਮਾਨ ਦੇ ਕੇ ਨਵਾਜ ਰਹੇ ਹੋ, ਇਸ ਤੋਂ ਵੱਡੀ ਕੀ ਦੁਖਦਾਈ ਗੱਲ ਹੈ? ਤੇ ਖਾਸ ਤੌਰ ਤੇ ਇਹੋ ਜਿਹੇ ਦੋਸ਼ੀ ਜਿਹੜੇ ਨੇ ਇਹਨਾਂ ਨੂੰ ਤਾਂ ਹੁਣ ਤੱਕ ਫਾਂਸੀ ਹੋ ਜਾਣੀ ਚਾਹੀਦੀ ਸੀ। ਕਾਂਗਰਸ ਨੇ ਇਹਨਾਂ ਨੂੰ ਬਚਾਇਆ। ਅੱਜ ਕਾਂਗਰਸ ਜੇ ਉਹਨਾਂ ਨੂੰ ਸਨਮਾਨ ਦਿੰਦੀ ਹੈ ਤਾਂ ਇਕੱਲਾ ਅਸੀਂ ਸਿਆਸੀ ਪਾਰਟੀ ਨਹੀਂ, ਆਮ ਲੋਕਾਂ ਦੇ ਵਿੱਚ ਵੀ ਇਸ ਗੱਲ ਦਾ ਬਹੁਤ ਵੱਡਾ ਵਿਰੋਧ ਹੈ। ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਚਾਰ ਕਰਦੇ ਫਿਰਦੇ ਨੇ, ਉਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਐਸੀ ਇੱਕ ਪਾਰਟੀ ਜਿਹੜੀ ਕਿ ਪੰਜਾਬ ਦੀ ਆਪਣੀ ਪਾਰਟੀ ਹੈ, ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਗੱਲ ਕਰ ਰਹੇ। ਤੁਹਾਨੂੰ ਕੀ ਲੱਗਦਾ? ਦੇਖੋ, ਇਹ ਜੋ ਕੁਝ ਅਕਾਲੀ ਦਲ ਦੇ ਪਿਛਲੇ 5 ਸਾਲਾਂ ਦੇ ਵਿੱਚ ਕੀਤੇ ਫੈਸਲੇ, ਤੇ ਅੱਜ ਵੀ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਫੈਸਲੇ ਲੈ ਰਹੀ ਹੈ, ਉਹ ਅਕਾਲੀ ਸਿਧਾਂਤਾਂ ਦੇ ਉਲਟ ਨੇ। ਜੇ ਅਸੀਂ ਅਕਾਲੀ ਸਿਧਾਂਤਾਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਇੱਕ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੜਦੀ ਸੀ, ਸਿੱਖ ਕੌਮ ਦੇ ਮੁੱਦਿਆਂ ਨੂੰ ਲੈ ਕੇ ਲੜਦੀ ਸੀ। ਅਸੀਂ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀ, ਅਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਸੀ। ਪਰ ਮੌਜੂਦਾ ਸੁਖਬੀਰ ਸਿੰਘ ਬਾਦਲ ਨੇ ਜਦ ਦੇ ਪ੍ਰਧਾਨ ਬਣੇ ਸਾਰੇ ਮੁੱਦੇ ਛੱਡ ਦਿੱਤੇ। ਤੁਸੀਂ ਦੱਸੋ, ਕਿਤੇ ਵੀ ਉਹਨਾਂ ਨੇ ਡਿਸਕਸ਼ਨ ਹੁੰਦੀਆਂ ਨੇ, ਪਾਰਟੀ ਦੇ ਫੋਰਮਸ ਤੇ ਲੋਕ ਆਉਂਦੇ ਨੇ, ਕਦੇ ਉਹਨਾਂ ਨੇ ਕਿਸੇ ਨਾਲ ਲੋਕਾਂ ਨਾਲ ਇੰਟਰੈਕਸ਼ਨ ਦੇ ਵਿੱਚ ਇਹ ਮੁੱਦੇ ਚੱਕੇ ਨੇ ਜਿਹੜੇ ਸਾਡੇ ਵਾਸਤੇ ਬੜੇ ਜ਼ਰੂਰੀ ਨੇ। ਅੱਜ ਜੇ ਸਾਨੂੰ ਫੈਡਰਲ ਜਿਹੜਾ ਹੈ ਤਾਕਤਾਂ ਵਾਸਤੇ ਅਕਾਲੀ ਦਲ ਜੇ ਲੜਦਾ ਸੀ, ਜੇ ਅਕਾਲੀ ਦਲ ਨੇ ਤਿਆਗੀਆਂ, ਤਾਂ ਅੱਜ ਇਹ ਹਾਲ ਹੋ ਰਿਹਾ ਦੇਸ਼ ਦੇ ਵਿੱਚ। ਇੱਕ ਟੋਟੈਲੀਟੇਰੀਅਨ ਗਵਰਨਮੈਂਟ ਜਿਹੜੀ ਹੈ ਉਹ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ। ਸਰ, ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਕਾਂਗਰਸ ਦੀ ਤਰ੍ਹਾਂ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹੀ ਹੈ? ਬਿਲਕੁਲ, ਪਰਿਵਾਰ ਦੀ ਪਾਰਟੀ ਤੇ ਇੱਕ ਆਰਥਿਕ, ਜਿਵੇਂ ਕਹਿੰਦੇ ਨੇ, ਇੱਕ ਲਿਮਟਿਡ ਕੰਪਨੀ ਨਹੀਂ ਹੁੰਦੀ, ਇੱਕ ਜਿਵੇਂ ਅਸੀਂ ਪ੍ਰਾਈਵੇਟਾਈਜੇਸ਼ਨ ਕਹਿ ਰਹੇ ਹਾਂ, ਇਹ ਵੀ ਇੱਕ ਉਹੀ ਰੂਪ ਹੈ ਵੀ ਸਿਰਫ ਮੁਨਾਫਾ
ਕਮਾਉਣ ਦਾ ਜਿਹੜਾ ਮੁੱਖ ਨਿਸ਼ਾਨਾ ਹੈ